ਬੱਚਿਓ ਅੱਜ ਅਸੀਂ ਕਰਾਂਗੇ ਪਾਠ 2 ਜਿਸ ਦਾ ਨਾਂ ਹੈ ਪਾਰਸ। ਸੋ ਬੇਟਾ ਇਸ ਪਾਠ ਨੂੰ ਪੜ੍ਹਨ ਤੋਂ ਪਹਿਲਾਂ ਅਸੀਂ ਪਾਰਸ ਦਾ ਮਤਲਬ ਸਮਝਾਂਗੇ। ਪਾਰਸ ਇੱਕ ਪੱਥਰ ਹੈ ਜਿਸ ਦੇ ਛੂਹਣ ਨਾਲ ਕੋਈ ਵੀ ਚੀਜ਼ ਸੋਨਾ ਬਣ ਜਾਂਦੀ ਹੈ। ਠੀਕ ਹੈ, ਉਸ ਪੱਥਰ ਨੂੰ ਬੋਲਦੇ ਹਨ ਪਾਰਸ। ਚਲੋ ਬੇਟਾ ਹੁਣ ਅਸੀਂ ਇਸ ਪਾਠ ਨੂੰ ਪੜ੍ਹਦੇ ਹਾਂ। ਇਸ ਪਾਠ ਵਿੱਚ ਕਿਉਂ ਪਾਰਸ ਬੋਲਿਆ ਗਿਆ ਹੈ ਅਤੇ ਕਿਸ ਨੂੰ ਪਾਰਸ ਬੋਲਿਆ ਗਿਆ ਹੈ ਉਹ ਦੇਖਦੇ ਹਾਂ। ਚਲੋ ਇਸ ਨੂੰ ਪੜ੍ਹਨ ਤੋਂ ਪਹਿਲਾਂ ਕੁਝ ਨਵੇਂ ਸ਼ਬਦ ਪੜ੍ਹਦੇ ਹਾਂ। ਸ਼ਖਸੀਅਤ, ਨਜ਼ਰੀਆ, ਤਕਲੀਫ, ਤਾਇਨਾਤ, ਪਾਤਸ਼ਾਹ, ਬੇਸਹਾਰਾ ਅਤੇ ਪਾਰਸ। ਚਲੋ ਬੇਟਾ ਹੁਣ ਅਸੀਂ ਇਸ ਨੂੰ ਪੜ੍ਹਦੇ ਹਾਂ। ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਸ਼ਖਸੀਅਤ ਦੇ ਮਾਲਕ ਸਨ। ਉਹ ਇੱਕ ਅਨੋਖੇ ਹੀਣੇ ਇੱਕ ਅੱਖੋਂ ਹੀਣੇ ਸਨ, ਪਰ ਉਹਨਾਂ ਦੀ ਪਿਆਰੀ ਜਨਤਾ ਨੇ ਉਹਨਾਂ ਦੀ ਇਸ ਕਮੀ ਨੂੰ ਇੱਕ ਅਲੱਗ ਹੀ ਨਜ਼ਰੀਆ ਦੇ ਦਿੱਤਾ ਸੀ। ਸੋ ਬੇਟਾ ਮਹਾਰਾਜਾ ਜੋ ਸਨ, ਮਹਾਰਾਜਾ ਕਿਸ ਮਹਾਰਾਜਾ ਦੀ ਗੱਲ ਕੀਤੀ ਹੈ? ਮਹਾਰਾਜਾ ਰਣਜੀਤ ਸਿੰਘ ਜੀ ਦੀ। ਉਹ ਇੱਕ ਮਹਾਨ ਸ਼ਖਸੀਅਤ ਦੇ ਮਾਲਕ ਸਨ। ਮਤਲਬ ਉਹ ਸ਼ਖਸੀਅਤ ਦਾ ਮਤਲਬ ਹੈ ਵਿਅਕਤੀਤਵ, ਉਹਨਾਂ ਦਾ ਨੇਚਰ। ਠੀਕ ਹੈ, ਉਹ ਬਹੁਤ ਹੀ ਚੰਗੇ ਇਨਸਾਨ ਸਨ। ਉਹ ਇੱਕ ਅੱਖੋਂ ਹੀਣੇ ਹੀ ਸਨ, ਪਰ ਉਹਨਾਂ ਦੀ ਪਿਆਰੀ ਜਨਤਾ। ਇੱਕ ਅੱਖੋਂ ਹੀਣਾ ਹੋਣਾ ਮਤਲਬ ਕਿ ਉਹਨਾਂ ਦੀ ਇੱਕ ਅੱਖ ਖਰਾਬ ਸੀ। ਠੀਕ ਹੈ, ਪਰ ਉਹਨਾਂ ਦਾ ਮਜ਼ਾਕ ਉਡਾਉਣ ਤੋਂ ਦੀ ਬਜਾਏ ਲੋਕਾਂ ਨੇ ਉਹਨਾਂ ਨੂੰ ਇੱਕ ਅਲੱਗ ਹੀ ਨਜ਼ਰੀਆ ਦੇ ਦਿੱਤਾ। ਉਹਨਾਂ ਨੇ ਕਿਹਾ ਕਿ ਮਹਾਰਾਜਾ ਜੀ ਸਭ ਲੋਕਾਂ ਨੂੰ ਇੱਕ ਹੀ ਨਜ਼ਰ ਨਾਲ ਦੇਖਦੇ ਹਨ। ਇਸ ਦਾ ਭਾਵ ਇਹ ਹੈ ਕਿ ਕੋਈ ਵੀ ਉਹਨਾਂ ਲਈ ਵੱਡਾ ਨਹੀਂ, ਕੋਈ ਵੀ ਛੋਟਾ ਨਹੀਂ, ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ, ਅਤੇ ਸਭ ਨੂੰ ਇੱਕੋ ਹੀ ਨਜ਼ਰ ਨਾਲ ਦੇਖਦੇ ਹਨ। ਠੀਕ ਹੈ, ਇਸੇ ਲਈ ਉਹ ਆਪਣੇ ਰਾਜ ਦੀ ਜਨਤਾ ਦੇ ਚਹੇਤੇ ਸਨ, ਜਿਸ ਕਾਰਨ ਉਹ ਆਪਣੀ ਰਾਜ ਵਿੱਚ ਜਿਹੜੀ ਜਨਤਾ ਸੀ ਉਹ ਉਸਦੇ ਚਹੇਤੇ ਸਨ। ਉਹ ਇੱਕ ਰਾਜਾ ਸਨ, ਠੀਕ ਹੈ, ਔਰ ਉਹਨਾਂ ਦੀ ਪ੍ਰਜਾ ਸੀ, ਜਿਸ ਕਾਰਨ ਉਹ ਬਹੁਤ ਉਸ ਵਿੱਚ ਚਹੇਤੇ ਸਨ। ਚਹੇਤੇ ਦਾ ਮਤਲਬ ਹੈ ਪਿਆਰੇ। ਸਭ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ। ਬੇਟਾ ਉਹ ਆਪਣੀਆਂ ਪ੍ਰਜਾ ਦੇ ਦੁੱਖ ਤਕਲੀਫਾਂ ਨੂੰ, ਆਪਣੀ ਜਨਤਾ ਜਿਹੜੀ ਸੀ ਉਸਦੇ ਦੁੱਖ ਤਕਲੀਫਾਂ ਨੂੰ ਜਾਣਨ ਲਈ ਘੁੰਮਣ ਜਾਂਦੇ ਸਨ, ਤਾਂ ਕਿ ਉਹਨਾਂ ਨੂੰ ਸਭ ਦੀਆਂ ਦੁੱਖ ਤਕਲੀਫਾਂ ਪਤਾ ਚੱਲ ਸਕਣ। ਫਿਰ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਲਾਹੌਰ ਦੇ ਬਾਜ਼ਾਰਾਂ ਵਿੱਚੋਂ ਲੰਘ ਰਹੀ ਸੀ। ਹਰ ਜਗ੍ਹਾ ਸਿਪਾਹੀ ਤਾਇਨਾਤ ਸਨ। ਮਹਾਰਾਜ ਜੀ ਦੇ ਦਰਸ਼ਨ ਕਰਨ ਵਾਲਿਆਂ ਦੀ ਭੀੜ ਜਮ੍ਹਾਂ ਸੀ, ਪਰ ਕਈ ਲੋਕ ਕੋਠਿਆਂ 'ਤੇ ਚੜ੍ਹੇ ਹੋਏ ਸਨ ਅਤੇ ਕੁਝ ਘਰਾਂ ਦੀਆਂ ਬਾਰੀਆਂ ਵਿੱਚ ਖੜ੍ਹੇ ਹੋ ਕੇ ਹੀ ਦਰਸ਼ਨ ਦੇ ਰਹੇ ਸਨ। ਸੋ ਬੇਟਾ ਇਸੇ ਹੀ ਤਰ੍ਹਾਂ ਜਦੋਂ ਆਪਣੇ ਜਨਤਾ ਦੀ ਦੁੱਖ ਤਕਲੀਫਾਂ ਨੂੰ ਦੇਖਣ ਗਏ ਤਾਂ ਉਹ ਲਾਹੌਰ ਦੇ ਬਾਜ਼ਾਰ ਵਿੱਚੋਂ ਲੰਘ ਰਹੇ ਸਨ। ਤਾਂ ਉੱਥੇ ਜਦੋਂ ਇੱਕ ਮਹਾਰਾਜਾ ਲੰਘਦੇ ਹਨ ਤਾਂ ਬਹੁਤ ਸਾਰੇ ਉੱਥੇ ਸਿਪਾਹੀ ਤਾਇਨਾਤ ਹੁੰਦੇ ਹਨ। ਤਾਇਨਾਤ ਮਤਲਬ ਖੜ੍ਹੇ ਹੋਣਾ, ਠੀਕ ਹੈ, ਡਿਊਟੀ 'ਤੇ ਲੱਗਣਾ। ਅਤੇ ਉਹ ਕਿਉਂ ਲੱਗੇ ਹੁੰਦੇ ਹਨ ਕਿ ਕੋਈ ਵੀ ਮਹਾਰਾਜਾ ਜੀ ਉੱਤੇ ਹਮਲਾ ਨਾ ਕਰ ਸਕੇ ਜਾਂ ਉਹਨਾਂ ਦਾ ਰਸਤਾ ਕੋਈ ਬਲੋਕ ਨਾ ਕਰ ਸਕੇ। ਠੀਕ ਹੈ, ਇਸ ਕਾਰਨ ਉਹ ਉੱਥੇ ਤਾਇਨਾਤ ਸਨ। ਮਹਾਰਾਜਾ ਜੀ ਦੇ ਦਰਸ਼ਨ ਕਰਨ ਵਾਲਿਆਂ ਦੀ ਭੀੜ ਵੀ ਬਹੁਤ ਜਮ੍ਹਾਂ ਸੀ, ਕਿਉਂਕਿ ਜਿਸ ਤਰ੍ਹਾਂ ਬੇਟਾ ਤੁਸੀਂ ਵੀ ਦੇਖਿਆ ਹੋਣਾ, ਜਦੋਂ ਕੋਈ ਵੱਡਾ ਸੈਲੀਬ੍ਰਿਟੀ ਆਉਂਦਾ ਹੈ ਤਾਂ ਤੁਸੀਂ ਉਹਨਾਂ ਨੂੰ ਦੇਖਣ ਜਾਂਦੇ ਹੋ, ਉਸੇ ਤਰ੍ਹਾਂ ਉੱਥੇ ਦੀ ਜਨਤਾ ਵੀ ਮਹਾਰਾਜਾ ਆਪਣੇ ਰਾਜਾ ਨੂੰ ਦੇਖਣ ਗਏ ਸਨ, ਅਤੇ ਜਿਸ ਕਾਰਨ ਉੱਥੇ ਭੀੜ ਜਮ੍ਹਾਂ ਹੋ ਗਈ ਸੀ। ਫਿਰ ਕਈ ਲੋਕ ਕੋਠਿਆਂ 'ਤੇ ਚੜ੍ਹੇ ਹੋਏ ਸਨ ਅਤੇ ਕੋਈ ਬਾਰੀਆਂ ਵਿੱਚੋਂ ਖੜ੍ਹੇ ਹੋ ਕੇ ਹੀ ਦਰਸ਼ਨ ਕਰ ਰਹੇ ਸਨ। ਠੀਕ ਹੈ, ਫਿਰ ਬਾਜ਼ਾਰ ਦੀਆਂ ਸੜਕਾਂ 'ਤੇ ਦੋਵੇਂ ਪਾਸੇ ਜਦੋਂ ਲੋਕ ਦੇਖਣ ਆਉਂਦੇ ਹਨ ਅਤੇ ਉਹ ਦੋਨੋਂ ਸੜਕਾਂ 'ਤੇ ਜਿਸ ਤਰ੍ਹਾਂ ਦੇਖਣ ਆਉਂਦੇ ਹਨ, ਉਸੇ ਤਰ੍ਹਾਂ ਹੀ ਉੱਥੇ ਭੀੜ ਇਕੱਠੀ ਹੋ ਜਾਂਦੀ ਹੈ। ਠੀਕ ਹੈ, ਅਤੇ ਇਸੇ ਤਰ੍ਹਾਂ ਕਈ ਲੋਕ ਉਹਨਾਂ 'ਤੇ ਫੁੱਲਾਂ ਦੀ ਵਰਖਾ ਕਰ ਰਹੇ ਸਨ। ਮਤਲਬ ਜਿਸ ਤਰ੍ਹਾਂ ਵੀ ਜਿਸਨੇ ਉਹਨਾਂ ਦਾ ਸਵਾਗਤ ਕਰਨਾ ਸੀ ਉਹ ਕਰ ਰਹੇ ਸਨ। ਠੀਕ ਹੈ ਬੇਟਾ, ਤੋ ਅੱਗੇ ਪੜ੍ਹਦੇ ਹਾਂ।
ਇੱਕ ਤੰਗ ਜਿਹੀ ਗਲੀ ਦੇ ਕੋਲੋਂ ਲੰਘਦਿਆਂ ਮਹਾਰਾਜਾ ਨੇ ਕੁਝ ਰੌਲਾ ਸੁਣਿਆ। ਉਹਨਾਂ ਨੇ ਆਪਣੀ ਸਵਾਰੀ ਰੋਕੀ ਅਤੇ ਦੇਖਿਆ ਕਿ ਇੱਕ ਬੁੱਢੀ ਔਰਤ ਸਿਪਾਹੀਆਂ ਨਾਲ ਅੱਗੇ ਜਾਣ ਲਈ ਲੜ ਰਹੀ ਹੈ। ਸਿਪਾਹੀਆਂ ਨੇ ਉਸ ਨੂੰ ਰੋਕਿਆ ਹੋਇਆ ਸੀ। ਸਿਪਾਹੀ ਬੋਲਿਆ, "ਓ ਮਾਤਾ, ਇਹ ਤਵਾ ਚੁੱਕੀ ਕਿੱਧਰ ਭੱਜੀ ਜਾਨੀ ਹੈ?" ਤੇ ਬਹੁਤ ਰੌਲਾ ਸੀ, ਬਹੁਤ ਰਸ਼ ਸੀ ਤੇ ਉਸੇ ਹੀ ਰਸ਼ ਵਿੱਚੋਂ ਇੱਕ ਬੁੱਢੀ ਔਰਤ ਅੱਗੇ ਵੱਧ ਰਹੀ ਸੀ। ਉਹ ਸਿਪਾਹੀਆਂ ਨਾਲ ਲੜ ਰਹੀ ਸੀ। ਸਿਪਾਹੀਆਂ ਨੇ ਰਸਤਾ ਰੋਕਿਆ ਹੋਇਆ ਸੀ ਜਿੱਧਰੋਂ ਮਹਾਰਾਜਾ ਜੀ ਨੇ ਲੰਘਣਾ ਸੀ ਤੇ ਉਹ ਬੁੱਢੀ ਔਰਤ ਕਹਿ ਰਹੀ ਸੀ ਕਿ ਉਸਨੇ ਮਹਾਰਾਜਾ ਜੀ ਨੂੰ ਮਿਲਣਾ ਹੈ, ਪਰ ਉਸਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਸੀ। ਉਹਨਾਂ ਨੂੰ ਰੋਕਿਆ ਜਾ ਰਿਹਾ ਸੀ ਤੇ ਇੱਕ ਸਿਪਾਹੀ ਬੋਲਿਆ, ਉਹਨਾਂ ਨੂੰ ਰੋਕਦੇ ਹੋਏ ਬੋਲਿਆ, "ਓ ਮਾਤਾ, ਇਹ ਤਵਾ ਚੁੱਕੀ ਕਿੱਧਰ ਭੱਜੀ ਜਾਨੀ ਹੈ?" ਉਸਦੇ ਹੱਥ ਵਿੱਚ ਇੱਕ ਤਵਾ ਸੀ ਅਤੇ ਉਹ ਸਿਪਾਹੀ ਪੁੱਛ ਰਿਹਾ ਹੈ ਕਿ ਤੂੰ ਇਸ ਨੂੰ ਚੱਕੀ ਕਿੱਧਰ ਜਾ ਰਹੀ ਹੈ। ਹੁਣ ਦੇਖਦੇ ਹਾਂ ਮਾਤਾ ਕੀ ਬੋਲਦੀ ਹੈ। "ਮੈਂ ਆਪਣੇ ਪਾਤਸ਼ਾਹ ਨੂੰ ਮਿਲਣਾ ਹੈ," ਮਾਤਾ ਨੇ ਉੱਤਰ ਦਿੱਤਾ। ਫਿਰ ਮਾਤਾ ਨੇ ਕੀ ਉੱਤਰ ਦਿੱਤਾ ਕਿ ਮੈਂ ਆਪਣੇ ਪਾਤਸ਼ਾਹ ਨੂੰ ਮਿਲਣਾ ਹੈ। ਪਾਤਸ਼ਾਹ ਕਿਸ ਲਈ ਯੂਜ਼ ਕੀਤਾ ਉਹਨਾਂ ਨੇ, ਕਿਸ ਲਈ ਵਰਤਿਆ? ਮਹਾਰਾਜਾ ਰਣਜੀਤ ਸਿੰਘ ਲਈ। ਠੀਕ ਹੈ। "ਆਹ ਕਾਲਾ ਜਿਹਾ ਤਵਾ ਲੈ ਕੇ ਤੂੰ ਮਹਾਰਾਜਾ ਨੂੰ ਨਹੀਂ ਮਿਲ ਸਕਦੀ," ਸਿਪਾਹੀ ਨੇ ਅੱਗੇ ਜਾਣ ਤੋਂ ਮਨਾ ਕਰਦਿਆਂ ਕਿਹਾ। ਸੋ ਬੇਟਾ, ਉਹਨਾਂ ਨੇ ਕਿਹਾ ਕਿ ਇਹ ਕਾਲਾ ਜਿਹਾ ਤਵਾ ਲੈ ਕੇ ਤੂੰ ਅੱਗੇ ਨਹੀਂ ਵੱਧ ਸਕਦੀ, ਉਹਨਾਂ ਨੂੰ ਨਹੀਂ ਮਿਲ ਸਕਦੀ। ਕਿਸ ਨੇ ਕਿਹਾ? ਸਿਪਾਹੀ ਨੇ ਅੱਗੇ ਜਾਣ ਤੋਂ ਮਨਾ ਕਰਦਿਆਂ ਉਹਨਾਂ ਨੂੰ ਕਿਹਾ। ਫਿਰ ਅੱਗੇ ਦੇਖਦੇ ਹਾਂ ਅੱਗੇ ਉਹ ਕੀ ਬੋਲਦੇ ਹਨ। ਮਾਤਾ ਬੁੱਢੀ ਔਰਤ ਕੀ ਬੋਲਦੀ ਹੈ। "ਕਿਉਂ ਨਹੀਂ ਮਿਲ ਸਕਦੀ? ਇਹ ਪਾਤਸ਼ਾਹ ਸਾਰਿਆਂ ਦਾ ਹੈ, ਤੁਹਾਡਾ ਇਕੱਲਿਆਂ ਦਾ ਨਹੀਂ।" ਫਿਰ ਉਹਨੇ ਨਾਰਾਜ਼ਗੀ ਪੇਸ਼ ਕਰਦੇ ਹੋਏ ਬੋਲਿਆ ਕਿ ਮੈਂ ਕਿਉਂ ਨਹੀਂ ਮਿਲ ਸਕਦੀ ਉਹਨਾਂ ਨੂੰ? ਇਹ ਪਾਤਸ਼ਾਹ ਤਾਂ ਸਾਰਿਆਂ ਦੇ ਹੈ। ਪਾਤਸ਼ਾਹ ਮਤਲਬ ਮਹਾਰਾਜ, ਇਹ ਮਹਾਰਾਜ ਸਾਰਿਆਂ ਦੇ ਹੈ, ਮੈਂ ਉਹਨਾਂ ਨੂੰ ਮਿਲ ਸਕਦੀ ਹਾਂ। ਮਹਾਰਾਜ ਨੇ ਸਾਰੀ ਗੱਲ ਸੁਣੀ ਅਤੇ ਸਿਪਾਹੀਆਂ ਨੂੰ ਉਸ ਬੁੱਢੀ ਔਰਤ ਨੂੰ ਅੱਗੇ ਭੇਜਣ ਲਈ ਕਿਹਾ। ਇਹ ਸਭ ਗੱਲਬਾਤ ਮਹਾਰਾਜਾ ਜੀ ਨੇ ਸੁਣ ਲਈ ਅਤੇ ਉਹਨਾਂ ਨੇ ਬੁੱਢੀ ਔਰਤ ਨੂੰ ਅੱਗੇ ਆਉਣ ਲਈ ਕਹਿ ਦਿੱਤਾ। ਬਿਰਧ ਮਾਤਾ ਤਵਾ ਫੜੀ ਜਲਦੀ ਨਾਲ ਮਹਾਰਾਜਾ ਵੱਲ ਵਧੀ। ਉਸਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਉਹ ਤਵਾ ਮਹਾਰਾਜ ਦੇ ਪੈਰਾਂ ਨਾਲ ਰਗੜਨਾ ਸ਼ੁਰੂ ਕਰ ਦਿੱਤਾ। ਫਿਰ ਜੋ ਉਸਨੇ ਤਵਾ ਫੜਿਆ ਸੀ ਉਹ ਫਟਾਫਟ ਉਸਨੇ ਮਹਾਰਾਜਾ ਦੇ ਪੈਰਾਂ ਨਾਲ ਰਗੜਨਾ ਸ਼ੁਰੂ ਕਰ ਦਿੱਤਾ। ਹੁਣ ਦੇਖਦੇ ਹਾਂ ਉਹ ਕਿਉਂ ਰਗੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਦੁਆਲੇ ਖੜੇ ਸਿਪਾਹੀਆਂ ਨੇ ਮਾਤਾ ਨੂੰ ਬਾਹਾਂ ਤੋਂ ਫੜਿਆ ਤੇ ਪਿੱਛੇ ਧੱਕ ਦਿੱਤਾ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਮਾਤਾ ਇਸ ਤਰ੍ਹਾਂ ਕਰ ਰਹੀ ਹੈ ਤੇ ਉਹਨਾਂ ਨੇ ਮਾਤਾ ਨੂੰ ਫੜਿਆ ਅਤੇ ਬਾਹਾਂ ਤੋਂ ਪਿੱਛੇ ਧੱਕ ਦਿੱਤਾ। ਸਿਪਾਹੀ ਕਹਿਣ ਲੱਗੇ, "ਮਾਤਾ ਤੂੰ ਕਮਲੀ ਤਾਂ ਨਹੀਂ ਹੋ ਗਈ? ਆਪਣੇ ਤਵੇ ਦੀ ਕਾਲਖ ਨਾਲ ਮਹਾਰਾਜ ਦੀ ਜਰੀ ਦੀ ਕਢਾਈ ਵਾਲੀ ਜੁੱਤੀ ਖਰਾਬ ਕਰ ਰਹੀ ਹੈ?" ਫਿਰ ਉਹਨਾਂ ਨੇ ਕੀ ਬੋਲਿਆ? ਸਿਪਾਹੀਆਂ ਨੇ ਫਿਰ ਉਸ ਨੂੰ ਪਿੱਛੇ ਕਰਦੇ ਹੋਏ ਬੋਲਿਆ ਕਿ ਮਾਤਾ ਤੂੰ ਕਮਲੀ ਤਾਂ ਨਹੀਂ ਹੋ ਗਈ? ਤੂੰ ਇਹ ਕਾਲਖ ਵਾਲਾ ਤਵਾ ਮਹਾਰਾਜ ਜੀ ਦੇ ਜ਼ਰੀ ਵਾਲੀ ਜੁੱਤੀ ਦੇ ਨਾਲ ਕਿਉਂ ਰਗੜ ਰਹੀ ਹੈ? ਜ਼ਰੀ ਇੱਕ ਕਢਾਈ ਹੁੰਦੀ ਹੈ ਬੇਟਾ, ਠੀਕ ਹੈ। ਮਾਤਾ ਘਬਰਾ ਗਈ ਤੇ ਉੱਚੀ ਰੋਣ ਲੱਗ ਪਈ। ਫਿਰ ਮਾਤਾ ਇਹ ਦੇਖ ਕੇ ਬਹੁਤ ਘਬਰਾ ਗਈ ਅਤੇ ਬਹੁਤ ਉੱਚੀ ਰੋਣ ਲੱਗ ਪਈ। ਮਹਾਰਾਜਾ ਰਣਜੀਤ ਸਿੰਘ ਨੇ ਮਾਤਾ ਨੂੰ ਚੁੱਪ ਕਰਵਾਇਆ ਅਤੇ ਉਸ ਨੂੰ ਪੁੱਛਣ ਲੱਗੇ, "ਮਾਤਾ ਤੂੰ ਕੀ ਕਰ ਰਹੀ ਸੀ?" ਫਿਰ ਜਦੋਂ ਸਿਪਾਹੀ ਨੇ ਉਹਨੂੰ ਪਿੱਛੇ ਕਰਦੇ ਹੋਏ ਇਹ ਸਭ ਕੁਝ ਕਿਹਾ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਪੁੱਛਿਆ ਕਿ ਮਾਤਾ ਤੂੰ ਇਹ ਕਿਉਂ ਕਰ ਰਹੀ ਹੈ? ਠੀਕ ਹੈ। ਫਿਰ ਅੱਗੇ ਦੇਖਦੇ ਹਾਂ ਉਹ ਕਿਉਂ ਕਰ ਰਹੀ ਹੈ।
ਮਾਤਾ ਹੱਥ ਜੋੜ ਕੇ ਰੋਂਦੀ ਹੋਈ ਕਹਿਣ ਲੱਗੀ, ਮੈਂ ਕਈ ਦਿਨਾਂ ਤੋਂ ਕੁਝ ਨਹੀਂ ਖਾਧਾ। ਮੈਂ ਬਹੁਤ ਗਰੀਬ ਅਤੇ ਬੇਸਹਾਰਾ ਹਾਂ। ਮਹਾਰਾਜਾ, ਮੈਂ ਸੁਣਿਆ ਹੈ ਕਿ ਤੁਸੀਂ ਪਾਰਸ ਹੋ। ਜੇ ਮੈਂ ਤੁਹਾਡੇ ਸਰੀਰ ਨੂੰ ਲੋਹਾ ਛੁਹਾ ਦੇਵਾਂ ਤੇ ਇਹ ਸੋਨਾ ਬਣ ਜਾਵੇਗਾ। ਮੈਂ ਤੁਹਾਡੀ ਜੁੱਤੀ ਖਰਾਬ ਨਹੀਂ ਕਰਨੀ ਚਾਹੁੰਦੀ ਸਾਂ। ਮੇਰੇ ਕੋਲ ਤਾਂ ਇਸ ਤਵੇ ਤੇ ਇਲਾਵਾ ਕੋਈ ਹੋਰ ਤਵਾ ਵੀ ਨਹੀਂ ਹੈ। ਇਸੇ ਲਈ ਮੈਂ ਇਹ ਤਵਾ ਹੀ ਲਿਆਈ ਹਾਂ। ਮੈਂ ਇਹ ਆਪਣੇ ਪੈਰਾਂ ਨਾਲ ਆਪਣੇ ਪੈਰਾਂ ਨਾਲ ਰਗੜਨ ਦਿਓ ਤਾਂ ਜੋ ਇਹ ਸੋਨੇ ਦਾ ਬਣ ਜਾਵੇ ਤੇ ਮੇਰੀ ਗਰੀਬੀ ਕੱਟੀ ਜਾਵੇ। ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਪੁੱਛਿਆ ਕਿ ਮਾਤਾ ਤੂੰ ਇਹ ਕਿਉਂ ਕਰ ਰਹੀ ਹੈ, ਤਾਂ ਫਿਰ ਉਹਨਾਂ ਨੇ ਕੀ ਉੱਤਰ ਦਿੱਤਾ ਕਿ ਉਹ ਰੋਣ ਲੱਗ ਪਈ ਅਤੇ ਹੱਥ ਵਿੱਚ ਫੜਿਆ ਤਵਾ ਛੱਡ ਕੇ ਉਸ ਹੱਥ ਜੋੜ ਕੇ ਰੋਣ ਲੱਗ ਪਈ ਅਤੇ ਕਹਿਣ ਲੱਗੀ ਕਿ ਉਸਨੇ ਬਹੁਤ ਦਿਨਾਂ ਤੋਂ ਕੁਝ ਖਾਧਾ ਨਹੀਂ ਹੈ ਅਤੇ ਉਹ ਗਰੀਬ ਅਤੇ ਬੇਸਹਾਰਾ ਹੈ। ਮਤਲਬ ਉਸਦਾ ਕੋਈ ਸਹਾਰਾ ਨਹੀਂ ਹੈ। ਜਿਸ ਦਾ ਕੋਈ ਵੀ ਸਹਾਰਾ ਨਾ ਹੋਏ ਉਸਨੂੰ ਬੋਲਦੇ ਹੈ ਬੇਸਹਾਰਾ। ਠੀਕ ਹੈ। ਮਹਾਰਾਜਾ, ਮੈਂ ਸੁਣਿਆ ਹੈ ਕਿ ਤੁਸੀਂ ਉਹ ਕਹਿਣ ਲੱਗੀ ਕਿ ਮਹਾਰਾਜਾ ਜੀ, ਮੈਂ ਸੁਣਿਆ ਹੈ ਕਿ ਤੁਸੀਂ ਪਾਰਸ ਹੋ ਅਤੇ ਪਾਰਸ ਨੂੰ ਜੋ ਵੀ ਚੀਜ਼ ਛੁਹਾਓ ਉਹ ਸੋਨਾ ਬਣ ਜਾਂਦੀ ਹੈ। ਫਿਰ ਜਦੋਂ ਇਹ ਸੋਨਾ ਬਣ ਜਾਵੇਗੀ ਤਾਂ ਇਹ ਮੇਰਾ ਕਾਲਾ ਤਵਾ ਜਦੋਂ ਸੋਨਾ ਬਣ ਜਾਵੇਗਾ ਅਤੇ ਜੋ ਮੇਰੀ ਜੀਵਨ ਬਚਿਆ ਹੋਇਆ ਹੈ ਉਸ ਨੂੰ ਮੈਂ ਆਸਾਨੀ ਨਾਲ ਕੱਟ ਸਕਦੀ ਹਾਂ ਅਤੇ ਫਿਰ ਮੈਨੂੰ ਮੰਗਣ ਦੀ ਵੀ ਲੋੜ ਨਹੀਂ ਕਿਸੇ ਤੋਂ ਕੁਝ। ਠੀਕ ਹੈ ਬੇਟਾ। ਅਤੇ ਇਸ ਲਈ ਉਹ ਜਿਹੜਾ ਆਪਣਾ ਕਾਲਾ ਤਵਾ ਸੀ ਉਸਨੂੰ ਛੁਹਾ ਰਹੀ ਸੀ। ਇਹ ਦੇਖਦੇ ਹੁਣ ਮਹਾਰਾਜਾ ਜੀ ਨੇ ਕੀ ਬੋਲਿਆ ਉਹ ਦੇਖਦੇ ਹਾਂ। ਬਿਰਧ ਮਾਤਾ ਦੀਆਂ ਗੱਲਾਂ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਖਜ਼ਾਨਚੀ ਨੂੰ ਹੁਕਮ ਦਿੱਤਾ, ਇਸ ਤਵੇ ਦਾ ਭਾਰ ਤੋਲ ਕੇ ਓਨਾ ਹੀ ਸੋਨਾ ਮਾਤਾ ਨੂੰ ਦੇ ਦਿੱਤਾ ਜਾਵੇ। ਖਜ਼ਾਨਚੀ ਨੇ ਅਜਿਹਾ ਹੀ ਕੀਤਾ। ਸੋਨਾ ਮਿਲਣ 'ਤੇ ਮਾਤਾ ਖੁਸ਼ ਹੋ ਗਈ ਅਤੇ ਮਹਾਰਾਜਾ ਨੂੰ ਅਸੀਸਾਂ ਦਿੰਦੀ ਆਖਣ ਲੱਗੀ, ਮੇਰਾ ਪਾਤਸ਼ਾਹ ਸੱਚਮੁੱਚ ਪਾਰਸ ਹੈ। ਮਹਾਰਾਜ, ਤੁਸੀਂ ਧੰਨ ਹੋ। ਠੀਕ ਹੈ ਬੇਟਾ। ਅਤੇ ਫਿਰ ਇੱਦਾਂ ਮਹਾਰਾਜਾ ਨੇ ਇਹ ਸਭ ਦੇਖਦੇ ਹੋਏ ਆਪਣੇ ਖਜ਼ਾਨਚੀ ਨੂੰ ਬੋਲਿਆ ਕਿ ਜਾਓ, ਜਿੰਨਾ ਭਾਰਾ ਇਹ ਤਵਾ ਹੈ ਓਨੇ ਹੀ ਭਾਰ ਦਾ ਤੁਸੀਂ ਸੋਨਾ ਮੈਨੂੰ ਤੋਲ ਕੇ ਲਿਆ ਦਿਓ ਅਤੇ ਇਸ ਮਾਤਾ ਨੂੰ ਦੇ ਦੇਵੋ। ਅਤੇ ਇਹ ਦੇਖ ਕੇ ਮਾਤਾ ਬਹੁਤ ਖੁਸ਼ ਹੋਈ ਅਤੇ ਉਹ ਮਹਾਰਾਜ ਜੀ ਦਾ ਧੰਨਵਾਦ ਕਰਨ ਲੱਗੀ, ਅਸੀਸਾਂ ਦੇਣ ਲੱਗੀ। ਮਾਤਾ ਦੀ ਗੱਲ ਸੁਣ ਕੇ ਮਹਾਰਾਜ ਬੋਲੇ, ਮਾਤਾ, ਮੈਂ ਧੰਨ ਨਹੀਂ ਹਾਂ, ਧੰਨ ਤਾਂ ਮੇਰੀ ਪ੍ਰਜਾ ਹੈ ਜਿਸ ਨੇ ਮੈਨੂੰ ਪਾਰਸ ਬਣਾਇਆ ਹੈ। ਫਿਰ ਉਸ ਮਹਾਰਾਜਾ ਨੇ ਆਪਣੇ 'ਤੇ ਮਾਣ ਨਾ ਕਰਦੇ ਹੋਏ ਬੋਲਿਆ ਕਿ ਮੈਂ ਕੋਈ ਪਾਰਸ ਨਹੀਂ ਹਾਂ, ਪਾਰਸ ਤੁਸੀਂ ਮੈਨੂੰ ਬਣਾਇਆ ਹੈ। ਪਾਰਸ ਉਹ ਪੱਥਰ ਹੈ ਜਿਸ ਨੂੰ ਛੁਹਾਉਣ ਨਾਲ ਲੋਹਾ ਵੀ ਸੋਨਾ ਬਣ ਜਾਂਦਾ ਹੈ। ਅਤੇ ਮਤਲਬ ਹੈ ਕਿ ਉਸ ਕੋਲ ਇੰਨਾ ਹੈ, ਇਸੇ ਲਈ ਹੀ ਉਹ ਦਾਨ ਦਕਸ਼ਨਾ ਕਰਦਾ ਪਿਆ ਹੈ। ਅਗਰ ਉਸ ਕੋਲ ਵੀ ਨਾ ਹੁੰਦਾ ਤਾਂ ਉਹ ਵੀ ਨਹੀਂ ਕਰ ਸਕਦਾ ਸੀ। ਠੀਕ ਹੈ। ਸੋ ਬੇਟਾ, ਇਸ ਪਾਠ ਨੂੰ ਤੁਸੀਂ ਇਸ ਤਰ੍ਹਾਂ ਹੀ ਪੜ੍ਹਨਾ ਹੈ ਅਤੇ ਇਸ ਤਰ੍ਹਾਂ ਹੀ ਸਮਝਣਾ ਹੈ। ਬਾਏ ਬਾਏ।